हाँ जी भी साथियों, सत श्री अकाल सारिਆਂ ਨੂੰ ਤੇ ਸਵਾਗਤ ਆ ਪੰਜਾਬੀ ਵਿਆਕਰਨ ਦੀ ਕਲਾਸ ਦੇ ਵਿੱਚ। ਤੇ ਅੱਜ ਦੀ ਜਿਹੜੀ ਸਾਡੀ ਕਲਾਸ ਹੈਗੀ ਪੰਜਾਬੀ ਵਿਆਕਰਨ ਦੀ, ਉਹ ਪਹਿਲਾਂ ਦੀਆਂ ਸਾਰੀਆਂ ਕਲਾਸਾਂ ਦੇ ਵਾਂਗੂ ਬਹੁਤ ਜ਼ਿਆਦਾ ਇੰਪੋਰਟੈਂਟ ਆ। ਇੱਕ ਸੈਕਿੰਡ ਵੇਟ। ਠੀਕ ਆ। ਤੇ ਜਿਹੜੀ ਅੱਜ ਦੀ ਸਾਡੀ ਕਲਾਸ ਹੈ ਇਹ ਹੈਗੀ ਆ ਸੰਬੰਧਕ ਤੇ ਯੋਜਕ ਦੀ, ਕਿਉਂਕਿ ਸਭ ਤੋਂ ਪਹਿਲਾਂ ਮੈਂ ਧੁਨੀਬੋਧ ਮੈਂ ਤੁਹਾਨੂੰ ਕਿਹਾ ਸੀ ਕਿ ਸਾਡੀ ਪੰਜਾਬੀ ਦਾ ਜਿਹੜਾ ਵਿਆਕਰਨ ਆ ਉਹ ਚਾਰ ਭਾਗਾਂ ਵਿੱਚ ਟਿਕਿਆ। ਧੁਨੀਬੋਧ ਤੇ ਸ਼ਬਦਬੋਧ ਤੇ ਅਰਥਬੋਧ ਵਾਕਬੋਧ ਤੇ। ਧੁਨੀਬੋਧ ਆਪਾਂ ਕੀਤਾ, ਫਿਰ ਆਪਾਂ ਸ਼ਬਦਬੋਧ ਤੇ ਆ ਗਏ। ਸ਼ਬਦਬੋਧ ਦੇ ਵਿੱਚ ਆਪਾਂ ਕਰਦੇ ਪਏ ਸੀ ਸ਼ਬਦ ਸ਼੍ਰੇਣੀਆਂ, ਜਿਹੜੀਆਂ ਕਿ ਸ਼ਬਦ ਸ਼੍ਰੇਣੀਆਂ ਸਾਡੇ ਕੋਲ ਕਿੰਨੀਆਂ ਵਾ 8 ਆ। ਉਹਦੇ ਵਿੱਚ ਆਪਾਂ ਨਾਂਵ ਕਰ ਲਿਆ, ਪੜਨਾਂਵ ਕਰ ਲਿਆ, ਵਿਸ਼ੇਸ਼ਣ ਕਰ ਲਿਆ, ਕਿਰਿਆ ਵਿਸ਼ੇਸ਼ਣ ਕਰ ਲਿਆ। ਹੁਣ ਆਪਾਂ ਪਹੁੰਚ ਚੁੱਕੇ ਹਾਂ ਸੰਬੰਧਕ ਤੇ ਯੋਜਕ ਤੇ। ਸੰਬੰਧਕ ਤੇ ਯੋਜਕ ਮੈਂ ਤੁਹਾਨੂੰ ਇਕੱਠੇ ਹੀ ਕਰਾਉਣੇ ਆ। ਪਤਾ ਕਿਉਂ? ਕਿਉਂਕਿ ਤੁਸੀਂ ਨਾ ਸੰਬੰਧਕ ਤੇ ਯੋਜਕ ਦੇ ਵਿੱਚ ਬਹੁਤ ਜ਼ਿਆਦਾ ਭੁਲੇਖਾ ਖਾਂਦੇ ਹੋ। ਪਤਾ ਕੀ ਭੁਲੇਖਾ ਖਾਂਦੇ ਹੋ? ਸਾਨੂੰ ਇਹ ਤਾਂ ਪਤਾ ਵੀ ਇਹ ਦੋਵੇਂ ਜੋੜਦੇ ਆ, ਠੀਕ ਆ। ਸਾਨੂੰ ਇਹ ਨਹੀਂ ਪਤਾ ਵੀ ਕਿੰਨਾਂ ਨੂੰ ਜੋੜਦੇ ਆ। ਜਿਹੜੇ ਸੰਬੰਧਕ ਆ, ਅੱਛਾ ਆਪਾਂ ਰੈੱਡ ਮਾਰਕਰ ਲੈਣੇ ਆ, ਜਿਹੜੇ ਤੇ ਸੰਬੰਧਕ ਆ ਹਨਾ, ਇਹ ਕਿੰਨਾਂ ਨੂੰ ਜੋੜਦੇ ਆ? ਇਹ ਸ਼ਬਦਾਂ ਨੂੰ ਜੋੜਦੇ ਆ। ਜਿੱਥੇ ਦੋ ਸ਼ਬਦ ਆਪਸ ਦੇ ਵਿੱਚ ਜੁੜਨਗੇ ਉੱਥੇ ਆਪਾਂ ਕੀ ਵਰਤਾਂਗੇ? ਸੰਬੰਧਕ ਵਰਤਾਂਗੇ। ਤੇ ਜਿਹੜੇ ਯੋਜਕ ਆ ਉਹ ਵਾਕਾਂ ਨੂੰ ਜੋੜਦੇ ਆ, ਠੀਕ ਹੈ। ਉਹ ਵਾਕਾਂ ਨੂੰ ਜੋੜਦੇ ਆ। ਇਹ ਭੁਲੇਖਾ ਤੁਹਾਡਾ ਉਮੀਦ ਆ ਦੂਰ ਹੋ ਗਿਆ ਹੋਊਗਾ, ਠੀਕ ਹੈ। ਸੰਬੰਧਕ ਤੇ ਯੋਜਕ ਦੋਵੇਂ ਅਲੱਗ ਆ। ਸੰਬੰਧਕ ਸ਼ਬਦਾਂ ਨੂੰ ਜੋੜਦਾ, ਸੱਸੇ ਤੋਂ ਸੰਬੰਧਕ ਤੇ ਸੱਸੇ ਤੋਂ ਸ਼ਬਦਾਂ ਨੂੰ ਜੋੜਦਾ। ਯੋਜਕ ਜਿਹੜਾ ਵਾ ਉਹ ਵਾਕਾਂ ਨੂੰ ਜੋੜਦਾ। ਇਸੇ ਹੀ ਤਰ੍ਹਾਂ ਹੁਣ ਆਪਣੀਆਂ ਕਿਸਮਾਂ ਵੀ ਆਪਾਂ ਇਕੱਠੀਆਂ ਕਰ ਲੈਣੀਆਂ। ਸਭ ਤੋਂ ਪਹਿਲਾਂ ਤਾਂ ਦੇਖੋ ਕਿ ਕਾਰਜ ਦੇ ਆਧਾਰ ਤੇ ਕਿਸਮਾਂ ਕਿਹਦੀਆਂ? ਸੰਬੰਧਕ ਦੀਆਂ। ਉਸ ਤੋਂ ਬਾਅਦ ਸੰਬੰਧਕ ਦੀਆਂ ਬਣਤਰ ਜਾਂ ਰੂਪ ਕਿੱਦਾਂ ਵੀ ਆ, ਚਾਹੇ ਬਣਤਰ ਚਾਹੇ ਰੂਪ, ਗੱਲ ਇੱਕ ਹੀ ਆ, ਠੀਕ ਆ। ਬਣਤਰ ਜਾਂ ਰੂਪ ਦੇ ਆਧਾਰ ਤੇ ਕਿਸਮਾਂ। ਜਦੋਂ ਅਸੀਂ ਸੰਬੰਧਕ ਦੀਆਂ ਕਾਰਜ ਦੇ ਆਧਾਰ ਤੇ ਕਿਸਮਾਂ ਦੀ ਗੱਲ ਕਰਦੇ ਆ ਤਾਂ ਸਾਡੇ ਕੋਲ ਪਹਿਲੀ ਕਿਸਮ ਆ ਜਾਂਦੀ ਆ ਪੂਰਨ ਸੰਬੰਧਕ। ਪੂਰਨ ਮਤਲਬ ਜਿਹੜਾ ਆਪਣੇ ਆਪ ਦੇ ਵਿੱਚ ਪੂਰਨ ਆ, ਆਪਣੇ ਆਪ ਦੇ ਵਿੱਚ ਪੂਰਨ ਆ, ਠੀਕ ਆ। ਉਸ ਤੋਂ ਬਾਅਦ ਦੂਜੀ ਕਿਸਮ ਦੀ ਆ ਜਾਂਦੀ ਆ ਅਪੂਰਨ ਸੰਬੰਧਕ, ਜਿਹੜਾ ਆਪਣੇ ਆਪ ਦੇ ਵਿੱਚ ਪੂਰਾ ਨਹੀਂ ਆ। ਦੁਬਾਜਰੇ ਦੁਬਾਜਰੇ ਕੀ ਆ? ਜਿਹਦੇ ਵਿੱਚ ਪੂਰਨ ਤੇ ਅਪੂਰਨ ਦਾ ਮਿਕਸ ਆ ਜਾਂਦਾ, ਠੀਕ ਆ। ਉਸ ਤੋਂ ਬਾਅਦ ਆ ਜਾਓ, ਇਹ ਜਿਹੜੀਆਂ ਕਿਸਮਾਂ ਸੀਗੀਆਂ ਕਾਰਜ ਦੇ ਆਧਾਰ ਤੇ ਸੀਗੀਆਂ, ਠੀਕ ਹੈ। ਬਣਤਰ ਜਾਂ ਰੂਪ ਦੇ ਆਧਾਰ ਤੇ ਆ ਜਾਓ। ਬਣਤਰ ਜਾਂ ਰੂਪ ਦੇ ਆਧਾਰ ਤੇ ਜਿਹੜੀਆਂ ਕਿਸਮਾਂ ਵਾ ਉਹ ਹੈਗੇ ਵਿਕਾਰੀ ਸੰਬੰਧਕ ਤੇ ਅਵਿਕਾਰੀ ਸੰਬੰਧਕ। ਵਿਕਾਰੀ ਤੇ ਅਵਿਕਾਰੀ ਮੈਂ ਤੁਹਾਨੂੰ ਬਹੁਤ ਵਾਰੀ ਕਰਵਾ ਚੁੱਕੀ ਆ। ਇਹ ਹਰ ਇੱਕ ਚੀਜ਼ ਚ ਆਉਣਗੇ, ਚਾਹੇ ਨਾਂਵ ਆ, ਚਾਹੇ ਪੜਨਾਂਵ ਆ, ਚਾਹੇ ਕਿਰਿਆ ਆ, ਚਾਹੇ ਕਿਰਿਆ ਵਿਸ਼ੇਸ਼ਣ, ਠੀਕ ਹੈ। ਉਸ ਤੋਂ ਬਾਅਦ ਯੋਜਕ ਦੀਆਂ ਕਿਸਮਾਂ ਤੇ ਆ ਜਾਓ। ਯੋਜਕ ਦੀਆਂ ਕਾਰਜ ਦੇ ਆਧਾਰ ਤੇ ਦੋ ਕਿਸਮਾਂ, ਠੀਕ ਆ। ਕਾਰਜ ਦੇ ਆਧਾਰ ਤੇ ਸੰਬੰਧਕ ਦੀਆਂ ਕਿੰਨੀਆਂ ਕਿਸਮਾਂ ਸੀਗੀਆਂ? 3। ਕਾਰਜ ਦੇ ਆਧਾਰ ਤੇ ਯੋਜਕ ਦੀਆਂ ਕਿੰਨੀਆਂ ਕਿਸਮਾਂ? 2। ਸਮਾਨ ਯੋਜਕ ਤੇ ਅਧੀਨ ਯੋਜਕ। ਇਸੇ ਹੀ ਤਰ੍ਹਾਂ, ਠੀਕ ਹੈ, ਸੰਬੰਧਕ ਦੀਆਂ ਬਣਤਰ ਜਾਂ ਰੂਪ ਦੇ ਆਧਾਰ ਤੇ ਕਿੰਨੀਆਂ ਕਿਸਮਾਂ ਵਾ? 3 ਕਿਸਮਾਂ ਵਾ। ਇਕਾਰੇ ਯੋਜਕ, ਸੰਯੁਕਤ ਸੰਯੋਜਕ, ਸਹਿ ਸੰਬੰਧੀ। ਸਹਿ ਸੰਬੰਧੀ ਨੂੰ ਅਸੀਂ ਟੁੱਟਵੇਂ ਵੀ ਕਹਿ ਦਿੰਦੇ ਆ। ਸਹਿ ਸੰਬੰਧੀ ਯੋਜਕ ਜਾਂ ਟੁੱਟਵੇਂ ਯੋਜਕ, ਠੀਕ ਆ। ਜਿਹੜੇ ਬਣਤਰ ਜਾਂ ਰੂਪ ਦੇ ਆਧਾਰ ਤੇ ਸੰਬੰਧਕ ਆ ਇਹ 2 ਤਰ੍ਹਾਂ ਦੇ ਆ, ਪਰ ਰੂਪ ਜਾਂ ਬਣਤਰ ਦੇ ਆਧਾਰ ਤੇ ਜਿਹੜੇ ਯੋਜਕ ਨੇ ਉਹ 3 ਤਰ੍ਹਾਂ ਦੇ, ਸੰਬੰਧਕ 2 ਤਰ੍ਹਾਂ ਦੇ ਆ, ਤੇ ਯੋਜਕ ਕਿੰਨੇ ਤਰ੍ਹਾਂ ਦੇ? 3 ਤਰ੍ਹਾਂ ਦੇ ਆ। ਆਹ ਡਾਇਗ੍ਰਾਮ ਇਸੇ ਤਰ੍ਹਾਂ ਆਪਣੀ ਕਾਪੀ ਤੇ ਬਣਾ ਲਓ, ਠੀਕ ਆ। ਸਮਝ ਆ ਗਈ? ਇੱਕ ਵਾਰੀ ਮੈਂ ਰਿਪੀਟ ਕਰਦੀ ਆ। ਸੰਬੰਧਕ ਜਿਹੜੇ ਆ ਜਿਹੜੇ ਸ਼ਬਦਾਂ ਨੂੰ ਜੋੜਨ ਦਾ ਕੰਮ ਕਰਦੇ ਆ। ਕਾਰਜ ਦੇ ਆਧਾਰ ਤੇ ਦੀਆਂ 3 ਕਿਸਮਾਂ ਆਉਂਦੀਆਂ, ਪੂਰਨ ਸੰਬੰਧਕ ਤੇ ਅਪੂਰਨ ਸੰਬੰਧਕ ਤੇ ਦੁਬਾਜਰੇ। ਬਣਤਰ ਜਾਂ ਰੂਪ ਦੇ ਆਧਾਰ ਤੇ ਸੰਬੰਧਕ ਦੀਆਂ 2 ਕਿਸਮਾਂ ਆਉਂਦੀਆਂ, ਵਿਕਾਰੀ ਸੰਬੰਧਕ, ਅਵਿਕਾਰੀ ਸੰਬੰਧਕ, ਠੀਕ ਆ। ਉਸ ਤੋਂ ਬਾਅਦ ਯੋਜਕ ਤੇ ਆ ਜਾਓ। ਯੋਜਕ ਦੀਆਂ ਕਾਰਜ ਦੇ ਆਧਾਰ ਤੇ 2 ਕਿਸਮਾਂ ਆਉਂਦੀਆਂ, ਸਮਾਨ ਯੋਜਕ ਤੇ ਅਧੀਨ ਯੋਜਕ, ਠੀਕ ਆ। ਬਣਤਰ ਜਾਂ ਰੂਪ ਦੇ ਆਧਾਰ ਤੇ ਯੋਜਕ ਦੀਆਂ ਕਿਸਮਾਂ ਆਉਂਦੀਆਂ 3, ਇਕਾਰੇ ਯੋਜਕ, ਸੰਯੁਕਤ ਸੰਯੋਜਕ, ਸਹਿ ਸੰਬੰਧੀ ਜਾਂ ਟੁੱਟਵੇਂ ਯੋਜਕ। ਹੁਣ ਆਪਾਂ ਪਹਿਲੀ ਕਿਸਮ ਤੇ ਚੱਲਦੇ ਹਾਂ, ਕਾਰਜ ਦੇ ਆਧਾਰ ਤੇ ਕਿਸਮਾਂ ਸੰਬੰਧਕ ਦੀਆਂ। ਦੇਖਦੇ ਹਾਂ ਕਿ ਪੂਰਨ ਤੇ ਅਪੂਰਨ ਸੰਬੰਧਕ ਜਿਹੜੇ ਨੇ ਉਹ ਕੀ ਹੁੰਦੇ ਨੇ। ਉਸ ਤੋਂ ਬਾਅਦ ਆ ਜਾਓ ਪੂਰਨ ਸੰਬੰਧਕ ਤੇ। ਪੂਰਨ ਸੰਬੰਧਕ ਜਿਹੜਾ ਹੈਗਾ ਵਾ ਨਾ, ਇਹ ਅਜਿਹੇ ਸੰਬੰਧਕ ਜੋ ਆਪਣੇ ਆਪ ਵਿੱਚ ਸੁਤੰਤਰ ਹੋਣ ਜਾਂ ਆਪਣੇ ਆਪ ਦੇ ਵਿੱਚ ਪੂਰਨ ਹੋਣ, ਉਹ ਕੀ ਹੁੰਦੇ ਆ? ਪੂਰਨ ਸੰਬੰਧਕ ਹੁੰਦੇ। ਜਿਵੇਂ ਦਾ, ਦੇ, ਦੀਆਂ, ਇਹ ਕੀ ਆ? ਪੂਰਨ ਸੰਬੰਧਕ ਆ, ਠੀਕ ਆ। ਕੋਈ ਵੀ ਐਗਜ਼ਾਮਪਲ, ਇਹ ਸੂਟ ਅਮਨ ਦਾ ਹੈ, ਪੈਨ ਰਮਨ ਦਾ ਹੈ, ਮਤਲਬ ਰਮਨ ਦਾ ਹੈ ਹਨਾ, ਇਹ ਪੂਰਨ ਨੇ ਸੰਬੰਧਕ ਆਪਸ ਦੇ ਵਿੱਚ, ਠੀਕ ਹੈ। ਅਪੂਰਨ ਸੰਬੰਧਕ ਤੇ ਆ ਜਾਓ। ਅਪੂਰਨ ਸੰਬੰਧਕ ਜਿਹੜੇ ਨੇ ਅਜਿਹੇ ਸੰਬੰਧਕ ਜੋ ਆਪਣੇ ਆਪ ਵਿੱਚ ਪੂਰਨ ਨਾ ਹੋਣ। ਨਾਮ ਤੋਂ ਹੀ ਕਲੀਅਰ ਆ,
ठीक है। बस एग्जाम्पल देखी चलो, कोल, नाल, विचकार, सामने, अजिहे शब्द ऑप्शनां दे के पुछ लैण भी ये की ने, कदी भी इन्हां नूं पूर्ण संबंधक ना ला आयो। ये की ने, ये साडे अपूर्ण संबंधक ने, कोल, नाल, विचकार, सामने। ठीक है। उस तो बाद तीजी किस्म आ जाती आ दुबाजरे। दुबाजरे किहड़े हुंदे आ, जो पूर्ण अते अपूर्ण दोवां रूपां दा मतलब दोवां रूपां विच विचरन। मैं पहलां ही दस गई भी पूर्ण ते अपूर्ण दा जिहड़ा मिक्स आ ਉਹ ਕੀ ਹੁੰਦਾ ਵਾ, ਦੁਬਾਜਰੇ ਹੁੰਦੇ ਆ। ਹੁਣ ਇਹਦੀ ਐਗਜ਼ਾਮਪਲ ਕੀ ਆ, ਰਾਮ ਕੋਲ ਕਿਤਾਬ ਹੈ ਸ਼ਬਦ ਆ ਗਿਆ, ਇਹ ਆ ਪੂਰਨ। ਕੋਲ ਸ਼ਬਦ ਆ ਗਿਆ, ਇਹ ਕੀ ਆ, ਅਪੂਰਨ ਆ। ਹੁਣ ਦੇ ਸ਼ਬਦ ਆ ਗਿਆ, ਪੂਰਨ ਆ। ਕੋਲ ਸ਼ਬਦ ਆ ਗਿਆ, ਅਪੂਰਨ ਆ। ਸੋ ਇਹ ਵਾਲੀ ਐਗਜ਼ਾਮਪਲ ਦੇ ਵਿੱਚ ਕੀ ਆ ਗਿਆ, ਇਹ ਵਾਲੀ ਐਗਜ਼ਾਮਪਲ ਦੇ ਵਿੱਚ पूर्ण ते अपूर्ण दोवें आ गए। इन्हां नूं असीं की कह दिन्ने आ, इन्हां नूं असीं दुबाजरे संबंधक कह दिन्ने आ। ठीक है। जिहड़ी गल याद रखण वाली आ, संबंधक नूं कदी भी ये टिक नहीं ला के आउणा भी वाकां नूं जोड़ दे। वाकां नूं जोड़न दा काम योजक करदा वा, ना कि संबंधक। ठीक है। उस तो बाद जाने आ अगले नैक्सट पॉइंट ते। उस तो बाद आ जाओ अगे ਬਣਤਰ ਜਾਂ ਰੂਪ ਦੇ ਆਧਾਰ ਤੇ। ਬਣਤਰ ਜਾਂ ਰੂਪ ਦੇ ਆਧਾਰ ਤੇ ਜਿਹੜੇ ਸਾਡੇ ਕੋਲ ਸੰਬੰਧਕ ਆਉਂਦੇ ਆ, ਉਹ ਹੁੰਦੇ ਵਿਕਾਰੀ ਤੇ ਅਵਿਕਾਰੀ। ਇਹ ਜਿਹੜਾ ਕਨਸੈਪਟ ਮੈਂ ਤੁਹਾਨੂੰ ਪਹਿਲਾਂ ਵੀ ਬੜੀ ਵਾਰੀ ਕਰਵਾ ਚੁੱਕੀ ਆ। ਵਿਕਾਰੀ ਮਤਲਬ ਜਿਨ੍ਹਾਂ ਦਾ ਰੂਪ ਬਦਲ ਜਾਵੇ, ਅਵਿਕਾਰੀ ਜਿਨ੍ਹਾਂ ਦਾ ਰੂਪ ਨਾ ਬਦਲੇ। ਹੁਣ ਵਿਕਾਰੀ ਸੰਬੰਧਕ ਕਿਹੜੇ ਹੋਣਗੇ, ਕਿਹੜੇ ਸ਼ਬਦ ਹੋਣਗੇ, ਇਹ ਹੋਣਗੇ ਦਾ, ਦੇ, ਦੀ, ਵਿਚਕਾਰੋਂ, ਕੋਲੋਂ, ਨਾਲੋਂ। ਮਤਲਬ ਇਹਨਾਂ ਦੇ ਰੂਪ ਦੇ ਵਿੱਚ ਕੋਈ ਵੀ ਤਬਦੀਲੀ ਨਹੀਂ ਹੋਣਗੀ। ਹੁਣ ਦਾ ਜਿੱਥੇ ਆਪਾਂ ਜਿੱਦਾਂ ਪਾਉਣਾ ਉਦਾਂ ਹੀ ਪਾਵਾਂਗੇ, ਦੇ ਤੋਂ ਦੇ ਹੀ ਪਾਵਾਂਗੇ, ਦੀ ਤੋਂ ਦੀ ਹੀ ਰਹੂਗਾ। ਠੀਕ ਹੈ। ਵਿਚਕਾਰੋਂ, ਕੋਲੋਂ, ਨਾਲੋਂ, ਏਦਾਂ ਕਰਕੇ। ਠੀਕ ਹੈ। ਵਿਕਾਰੀ ਕਿਹੜੇ ਹੁੰਦੇ ਆ, ਜਿਨ੍ਹਾਂ ਦਾ ਰੂਪ ਬਦਲ ਜਾਵੇ, ਜਿਨ੍ਹਾਂ ਦਾ ਰੂਪ ਨਾ ਬਦਲੇ। ਠੀਕ ਹੈ। ਨੂੰ, ਤੇ, ਰਾਹੀਂ, ਜਾਂ, ਭਾਵੇਂ, ਇਹ ਇਦਾਂ ਦੇ ਸ਼ਬਦ ਆ, ਵਾਕ ਬਣਾ ਕੇ ਵੇਖ ਲਓ ਚਾਹੇ, ਇਹਨਾਂ ਦਾ ਰੂਪ ਬਦਲ ਸਕਦਾ ਪਰ ਇਹਨਾਂ ਦਾ ਰੂਪ ਨਹੀਂ ਬਦਲ ਸਕਦਾ। ਠੀਕ ਹੈ। ਇਹ ਹੁੰਦੇ ਆ ਸਾਡੇ ਬਣਤਰ ਜਾਂ ਰੂਪ ਦੇ ਆਧਾਰ ਤੇ ਸੰਬੰਧਕ। ਉਸ ਤੋਂ ਬਾਅਦ ਸਾਡੇ ਅਗਲੇ ਆ ਗਏ ਕਾਰਜ ਦੇ ਆਧਾਰ ਤੇ। ਕਾਰਜ ਦੇ ਆਧਾਰ ਤੇ ਸਾਡੇ ਕੋਲ ਪਹਿਲਾ ਹੈਗਾ ਆ ਸਮਾਨ ਯੋਜਕ। ਠੀਕ ਹੈ। ਸਮਾਨ ਯੋਜਕ ਜਿਹੜਾ ਹੈਗਾ ਨਾ, ਜਿਹੜਾ ਸਮਾਨ ਯੋਜਕ ਆ ਹਨਾ, ਇਹ ਦੋ ਬਰਾਬਰ ਵਾਕਾਂ ਨੂੰ ਆਪਸ ਵਿੱਚ ਜੋੜੇ। ਮਤਲਬ ਵਾਕ ਦੋ ਵਾਕ ਆ, ਉਹ ਆਪਸ ਦੇ ਵਿੱਚ ਪਹਿਲਾਂ ਹੀ ਪੂਰਨ ਆ, ਮਤਲਬ ਪੂਰੇ ਉਹ ਵਾਕ, ਪਰ ਉਹਨਾਂ ਦੋਵਾਂ ਵਾਕਾਂ ਨੂੰ ਆਪਸ ਵਿੱਚ ਜੋੜ ਦੇਵੇ। ਉਹ ਕੀ ਹੁੰਦੇ ਆ, ਸਮਾਨ ਯੋਜਕ ਹੁੰਦੇ ਆ। ਵੇਖੋ ਹੁਣ ਕਿਵੇਂ, ਪਰ, ਅਤੇ, ਨਾਲ, ਜਾਂ, ਜੇ, ਸਗੋਂ, ਪਰੰਤੂ। ਹੁਣ ਵੇਖੋ ਜਿਵੇਂ ਮੈਂ ਐਗਜ਼ਾਮਪਲ ਲਈ ਆ, ਮੰਤਰੀ ਜੀ ਆਏ, ਇੱਥੋਂ ਤੱਕ ਵਾਕ ਪੂਰਨ ਹੋ ਗਿਆ। ਵਾਕ ਤਾਂ ਇੱਥੇ ਵੀ ਪੂਰਨ ਹੋ ਗਿਆ, ਮੰਤਰੀ ਜੀ ਆਏ, ਵਾਕ ਪੂਰਨ। ਪਰ ਲਾ ਕੇ ਕੀ ਬਣ ਗਿਆ, ਪਰ ਭਾਸ਼ਣ ਦੇ ਕੇ ਚਲੇ ਗਏ। ਦੋ ਬਰਾਬਰ ਵਾਕ ਜਿਹੜੇ ਆ, ਉਹ ਕੀ ਪਰ ਲੱਗਣ ਦੇ ਨਾਲ ਕੀ ਹੋ ਗਏ, ਸਮਾਨ ਯੋਜਕ ਬਣ ਗਏ। ਠੀਕ ਆ। ਇੱਕ ਸਮਾਨ ਵਾਕ ਬਣ ਗਿਆ, ਉਹ ਕੀ ਹੁੰਦੇ ਆ, ਸਾਡੇ ਸਮਾਨ ਯੋਜਕ ਹੁੰਦੇ ਆ। ਠੀਕ ਆ। ਉਸ ਤੋਂ ਬਾਅਦ ਚੱਲਦੇ ਆ ਅਗਲੇ। ਹੋਰ ਵੀ ਬੜੀਆਂ ਐਗਜ਼ਾਮਪਲ ਬਣਾ ਸਕਦੇ ਹੋ ਹਨਾ। ਜਿਵੇਂ ਮੈਂ ਅੱਜ ਸਕੂਲ ਨਹੀਂ ਗਈ ਕਿਉਂਕਿ ਮੈਂ ਬਿਮਾਰ ਸੀ, ਮੈਂ ਕਾਲਜ ਨਹੀਂ ਗਈ ਕਿਉਂਕਿ ਮੈਂ ਬਿਮਾਰ ਸੀ ਹਨਾ। ਇਹ ਜਿਹੜੇ ਕਿਉਂਕਿ, ਅਤੇ, ਨਾਲ, ਇਹ ਜਿੰਨੇ ਵੀ ਸ਼ਬਦ ਨੇ, ਇਹ ਸਮਾਨ ਯੋਜਕ ਦਾ ਕੰਮ ਕਰਦੇ ਨੇ। ਠੀਕ ਆ। ਠੀਕ ਆ। ਸਮਾਨ ਯੋਜਕ ਤੋਂ ਬਾਅਦ ਦੂਜੀ ਕਿਸਮ ਹੈਗੀ ਆ ਅਧੀਨ ਯੋਜਕ। ਠੀਕ ਆ। ਅਧੀਨ ਯੋਜਕ ਕਿਹੜੇ ਹੁੰਦੇ ਆ, ਇੱਕ ਵਾਕ ਸੁਤੰਤਰ ਹੋਵੇ ਤੇ ਇੱਕ ਵਾਕ ਇਸ ਵਾਕ ਦੇ ਕੀ ਹੋਵੇ, ਅਧੀਨ ਹੋਵੇ। ਉਹ ਕਿਵੇਂ, ਦੇਖੋ, ਬੱਚਾ ਰੋਣ ਲੱਗਿਆ, ਇਹ ਵਾਕ ਇੱਥੋਂ ਤੱਕ ਸੁਤੰਤਰ ਆ, ਪਰ ਕਿਉਂਕਿ ਸ਼ਬਦ ਲੱਗ ਕੇ, ਕਿਉਂਕਿ ਉਸ ਨੂੰ ਭੁੱਖ ਲੱਗੀ ਸੀ, ਇਹ ਸ਼ਬਦ ਲੱਗ ਕੇ ਕੀ ਹੋ ਗਿਆ, ਇਹ ਸ਼ਬਦ ਲੱਗ ਕੇ ਆ ਜਿਹੜਾ ਐਂਡ ਵਾਲਾ ਵਾਕ ਆ, ਇਹ ਇਸ ਵਾਕ ਦੇ ਅਧੀਨ ਆ ਗਿਆ। ਠੀਕ ਹੈ। ਇਸੇ ਕਰਕੇ ਇਹਦੀ ਡੈਫੀਨੇਸ਼ਨ ਕੀ ਆ, ਇੱਕ ਵਾਕ ਸੁਤੰਤਰ ਅਤੇ ਇੱਕ ਵਾਕ ਇਸ ਦੇ ਅਧੀਨ ਹੋਵੇ। ਦੂਜੀ ਐਗਜ਼ਾਮਪਲ ਲੈ ਲਓ, ਅਮਨ ਘਰ ਨਹੀਂ ਪਹੁੰਚੀ, ਇੱਥੋਂ ਤੱਕ ਵਾਕ ਸੁਤੰਤਰ ਆ ਕਿਉਂਕਿ ਰਸਤੇ ਵਿੱਚ ਜਾਮ ਲੱਗ ਗਿਆ। ਠੀਕ ਆ। ਇਹ ਸ਼ਬਦ ਇਹਦੇ ਕੀ ਆ ਗਿਆ, ਇਹਦੇ ਅਧੀਨ ਆ ਗਿਆ। ਇਸੇ ਤਰ੍ਹਾਂ ਤੁਸੀਂ ਵੀ ਐਗਜ਼ਾਮਪਲ ਬਣਾ ਸਕਦੇ ਹੋ। ਉਸ ਤੋਂ ਬਾਅਦ ਆ ਜਾਓ
ਬਣਤਰ ਜਾਂ ਰੂਪ ਦੇ ਆਧਾਰ ਤੇ ਯੋਜਕ ਦੀਆਂ ਕਿਸਮਾਂ। ਪਹਿਲੀ ਹੈਗੀ ਆ ਇਕਹਿਰੇ ਯੋਜਕ, ਇਕੱਠੇ ਸੁਤੰਤਰ ਰੂਪ ਵਿੱਚ ਵਿਚਰਨ, ਜਿਹੜਾ, ਜੋ, ਜਦੋਂ, ਜਦੋਂ, ਜਦ, ਜਦੋਂ, ਇਹੋ ਜਿਹੇ ਜਿਹੜੇ ਸ਼ਬਦ ਨੇ ਉਹ ਕੀ ਹੁੰਦੇ ਨੇ, ਇਕਹਿਰੇ ਯੋਜਕ ਹੁੰਦੇ ਨੇ, ਇਕੱਠੇ ਸੁਤੰਤਰ ਰੂਪ ਦੇ ਵਿੱਚ ਜਿਹੜੇ ਵਿਚਰਨ। ਉਸ ਤੋਂ ਬਾਅਦ ਸਾਡੇ ਸੰਯੁਕਤ ਯੋਜਕ ਆ ਜਾਂਦੇ। ਸੰਯੁਕਤ ਯੋਜਕ ਕਿਹੜੇ ਹੁੰਦੇ ਆ, ਜੋ ਦੋ ਸ਼ਬਦਾਂ ਦੇ ਮੇਲ ਤੋਂ ਬਣਦੇ ਹਨ। ਤਾਂ ਜੋ, ਇਸ ਲਈ, ਤਾਂ ਕਿ, ਇਹ ਜਿਹੜੇ ਸ਼ਬਦ ਨੇ ਇਹ ਕੀ ਹੁੰਦੇ ਨੇ, ਇਹ ਹੁੰਦੇ ਨੇ ਸੰਯੁਕਤ ਯੋਜਕ। ਮਤਲਬ ਕਿ ਇਹਨਾਂ ਦੇ ਵਿੱਚ ਇਹ ਦੋ ਸ਼ਬਦਾਂ ਦੇ ਮੇਲ ਤੋਂ ਬਣਦੇ ਆ। ਹੈਗੇ ਤਾਂ ਇਹ ਸ਼ਬਦ ਆ, ਪਰ ਕਿਹਦੇ ਵਿੱਚ ਆਉਣਗੇ, ਵਾਕ ਦੇ ਵਿੱਚ ਆਉਣਗੇ। ਕਿਤੇ ਸੰਬੰਧਕ ਦੇ ਨਾਲ ਇਹਨੂੰ ਭੁਲੇਖਾ ਨਾ ਖਾ ਜਿਓ। ਤਾਂ ਜੋ ਕਿਹਦੇ ਵਿੱਚ ਆਉਣਗੇ, ਵਾਕ ਦੇ ਵਿੱਚ, ਹਨਾ। ਮੈਂ ਕੰਮ ਕਰ ਲਿਆ, ਹਨਾ। ਤਾਂ ਕਿ ਮੈਂ ਕਿੱਦਾਂ, ਕੋਈ ਵੀ ਐਗਜ਼ਾਮਪਲ ਬਣਾ ਸਕਦੇ ਹੋ, ਹਨਾ। ਕੀ ਐਗਜ਼ਾਮਪਲ ਬਣਾ, ਤਾਂ ਜੋ, ਇਸ ਲਈ, ਤਾਂ ਕਿ, ਹਨਾ। ਐਗਜ਼ਾਮਪਲ ਬਣਾ ਕੇ ਕਮੈਂਟ ਸੈਕਸ਼ਨ ਦੇ ਵਿੱਚ, ਮਤਲਬ ਕਿਸੇ ਵੇਲੇ ਨਹੀਂ ਵੀ ਮਾਈਂਡ ਚ ਆਉਂਦੀ, ਠੀਕ ਹੈ, ਜ਼ਰੂਰ ਇਹਦੀ ਕੋਈ ਐਗਜ਼ਾਮਪਲ ਜਿਹੜੀ ਹੈ ਸੰਯੁਕਤ ਯੋਜਕ ਦੀ, ਜਿਹੜੀ ਕੋਈ ਐਗਜ਼ਾਮਪਲ ਤੁਸੀਂ ਕਮੈਂਟ ਸੈਕਸ਼ਨ ਦੇ ਵਿੱਚ ਭੇਜਣੀ ਹੈ ਮੈਨੂੰ, ਠੀਕ ਹੈ। ਥੋੜਾ ਬਹੁਤਾ ਕੰਮ ਤੁਸੀਂ ਵੀ ਕਰਦਿਆ ਕਰੋ ਮੇਰਾ, ਠੀਕ ਹੈ। ਸੋ ਇਹ ਚੀਜ਼ ਆ, ਇਹਦੀ ਮਤਲਬ ਕਿ ਐਗਜ਼ਾਮਪਲ ਇਹੀ ਵਰਤਣੀ, ਤਾਂ ਜੋ ਸ਼ਬਦ ਲੈ ਕੇ, ਇਸ ਲਈ, ਤਾਂ ਕਿ, ਤਿੰਨਾਂ ਸ਼ਬਦਾਂ ਨੂੰ ਵਰਤ ਕੇ ਕੋਈ ਐਗਜ਼ਾਮਪਲ ਕਮੈਂਟ ਸੈਕਸ਼ਨ ਦੇ ਵਿੱਚ ਭੇਜਣੀ ਆ। ਸਹਿ ਸੰਬੰਧੀ ਤੇ ਆ ਜਾਓ। ਸਹਿ ਸੰਬੰਧੀ ਉਹ ਹੁੰਦੇ ਆ ਜੋ ਦਬਾਅਵਾਚੀ ਹੋਣ, ਦਬਾਅਵਾਚੀ। ਫਿਰ ਵੀ, ਫਿਰ ਹੀ ਤਾਂ ਮੈਂ ਪੜਾਂਗਾ, ਫਿਰ ਹੀ ਤਾਂ ਮੈਂ ਕਰਾਂਗਾ, ਫਿਰ ਵੀ ਦੱਸ ਕੀ ਹੋਇਆ, ਏਦਾਂ ਕਰਕੇ। ਮਤਲਬ ਇਹ ਕੀ ਹੁੰਦੇ ਨੇ, ਦਬਾਅਵਾਚੀ ਹੁੰਦੇ ਨੇ। ਮਤਲਬ ਇੱਥੇ ਆਪਾਂ ਦਬਾਅ ਪਾ ਕੇ ਬੋਲ ਰਹੇ ਹੁੰਦੇ ਆ। ਇਹ ਕੀ ਹੁੰਦੇ ਨੇ, ਸਹਿ ਸੰਬੰਧੀ। ਇਹਨਾਂ ਨੂੰ ਆਪਾਂ ਟੁੱਟਵੇਂ ਸੰਬੰਧਕ ਵੀ ਕਹਿ ਦਿੰਦੇ ਆ। ਇਸ ਚੀਜ਼ ਨੂੰ ਧਿਆਨ ਦੇ ਵਿੱਚ ਰੱਖਿਓ, ਠੀਕ ਆ। ਸੋ ਇਹ ਸੀ ਸਾਡਾ ਸੰਬੰਧਕ ਤੇ ਯੋਜਕ ਵਾਲਾ ਕਨਸੈਪਟ। ਉਮੀਦ ਆ ਸਮਝ ਆ ਗਿਆ ਹੋਊਗਾ, ਕਿਉਂਕਿ ਬਰੀਕੀ ਦੇ ਨਾਲ ਹੀ ਮੈਂ ਤੁਹਾਨੂੰ ਕਰਵਾਇਆ। ਧਿਆਨ ਦੇ ਵਿੱਚ ਰੱਖਿਓ, ਕਦੀ ਵੀ ਇਹਦੇ ਵਿੱਚ ਭੁਲੇਖਾ ਨਹੀਂ ਖਾਣਾ। ਸੰਬੰਧਕ ਸ਼ਬਦਾਂ ਨੂੰ ਜੋੜਦਾ ਵਾ ਤੇ ਯੋਜਕ ਕਿਹਨੂੰ ਜੋੜਦਾ ਵਾ, ਵਾਕਾਂ ਨੂੰ ਆਪਸ ਦੇ ਵਿੱਚ ਜੋੜਦਾ ਵਾ। ਤੇ ਇਹਦੇ ਨਾਲ ਹੀ ਸਾਡੀਆਂ ਜਿਹੜੀਆਂ ਸ਼ਬਦ ਸ਼੍ਰੇਣੀਆਂ ਵਾ, 8 ਦੇ ਵਿੱਚੋਂ 7 ਕਰ ਲਈਆਂ। ਸਾਡੀ ਇੱਕੋ ਰਹਿ ਗਈ, ਉਹ ਕਿਹੜੀ ਰਹਿ ਗਈ, ਵਿਸਮਿਕ ਰਹਿ ਗਿਆ, ਠੀਕ ਆ। ਵਿਸਮਕ ਚਿੰਨ੍ਹ ਆਪਾਂ ਕਰਨੇ ਨੇ ਸਾਰੇ ਦੇ ਸਾਰੇ, ਬਹੁਤ ਹੀ ਬਰੀਕੀ ਦੇ ਨਾਲ ਕਰਵਾਉਂਗੀ। ਜੇਕਰ ਵੀਡੀਓ ਤੁਸੀਂ ਪਹਿਲੀ ਵਾਰੀ ਆਏ ਸੀ, ਚੈਨਲ ਨੂੰ ਸਬਸਕ੍ਰਾਈਬ ਕਰਕੇ ਜਾਣਾ, ਕਿਉਂਕਿ ਆਉਣ ਵਾਲੀਆਂ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਮਿਲ ਸਕੇ, ਠੀਕ ਆ। ਸੋ ਫਿਰ ਮਿਲਦੇ ਆਪਾਂ ਅਗਲੀ ਵਿਸਮਿਕ ਦੀ ਕਲਾਸ ਦੇ ਵਿੱਚ। ਸਤਿ ਸ਼੍ਰੀ ਅਕਾਲ ਸਾਰਿਆਂ ਨੂੰ।